सूबे की कांग्रेस सरकार वालों सूबे अंदरले विकास कार्यों को ਵੱਡੇ अखबारी इश्तिहारां राਹੀਂ प्रदर्शित करके लोगों अंदर वाह-वाह करने की कोशिश की गई, जबकि पिंडां अंदरले विकास कार्यों की हकीकत कुछ होर है। इसकी मिसाल पिंड औलख की नरक बनी हुई फिरनी है, जिसनों मंडीकरण बोर्ड वालों पुनर्निर्माण के नां ते पुट के सुੱਟ दिता गया और उसके निर्माण कार्यों को ठंडे बस्ते में पा दिता है। सड़क का पुनर्निर्माण ना होने कारण बीते दिन हुई भारी बारिश नाल फिरनी ने नरक का रूप धारण कर लिया। फिरनी उपर पानी खड़न नाल जिथे वाहन चालकों का लंघना मुश्किल होया पिया है, उत्थे पैदल लंघण वाले राहियां नूं भी इत्थों दी लंघण लई भारी मुश्किलों का सामना करना पैंदा है। पिंड औलख दी ये फिरनी ਵੱਖ-ਵੱਖ पिंडां नूं आपस विच जोड़दी होण कारण इस उपर दी लंघण वाले भारी भरकम वाहन फिरनी दे चिक्कड़ विच फस जांदे हन, जिस नाल रस्ता बिल्कुल बंद हो जाता है। पेश है इस संबंधी चर्चा पंजाब की एक विशेष रिपोर्ट। चर्चा पंजाब टीवी देख रहे तमाम दर्शकों का स्वागत है। मैं तुहाडा अपना दोस्त ते होर सुखमंदर बराड़। दर्शकों, पंजाब सरकार चोण का जाबता लगन कारण अजकल मौन दे विच है, पर ਜਿਹੜੇ पंजाब सरकार ने काली 'ਚ फैसले लए सी, जिस नूं पंजाब सरकार ने विकास के काम कह के दस्सिया सी, उस विकास के कार्यों की मैं अपने कैमरामैन नूं कहूँगा कि पिंड औलख दे विच ਜਿਹੜੇ विकास कार्य होए है, ਜਿਹੜੀ उथों दी फिरनी है, ਜਿਹੜੇ ताज़ा हालात ने उस फिरनी दे, मैं उन्होंने कहूँ कि वो दर्शकों के रूबरू करे, क्योंकि सरकार ने बड़े वड्डे वादे किए लोगों के नाल कि असीं आह करता असीं आह करता असीं आह करांगे। सरकार कोले सिर्फ बहानेबाजियां ते सिर्फ गप्पां तो इलावा कुछ नहीं देखने को मिल रहा। तुसीं जिहड़ी सड़क तुहानूं तस्वीरां विच नज़र आ रही है, ये पिंड औलख दी बार-बार दी फिरनी है, जिहड़ी लगभग अज तो 1.5 महीना पहला मंडीकरण बोर्ड वालों पट्टी गई सीगी, ਤਾਂ ਇਸ ਨੂੰ ਬਣਾਉਣਾ ਤਾਂ ਦੂਰ ਦੀ ਗੱਲ, ਇਸ ਦੀ ਚੰਗੀ ਤਰ੍ਹਾਂ ਮੁਰੰਮਤ ਵੀ ਨਹੀਂ ਕੀਤੀ। ਹੁਣ ਕੱਲ ਬਾਰਿਸ਼ ਹੋਈ ਹੈ, ਇਸ ਬਾਰਿਸ਼ ਦੇ ਨਾਲ ਜਿਹੜਾ ਇਹਦਾ ਹਾਲਾਤ ਹੈ ਕਿ ਇੱਥੋਂ ਦੀ ਜਿਹੜੇ ਵਹੀਕਲ ਲੰਘਣੇ ਆ ਉਹਨਾਂ ਤਾਂ ਮੁਸ਼ਕਿਲ ਹੀ ਹੈ, ਜਿਹੜੇ ਆਮ ਲੋਕ ਆ, ਜਿਹੜੇ ਪੈਦਲ ਲੋਕ ਆ, ਕਿਉਂਕਿ ਪਿੰਡ ਦਾ ਮੁੱਖ ਰਸਤਾ ਹੈ, ਇੱਥੋਂ ਦੀ ਲੰਘਣ ਲਈ ਲੋਕਾਂ ਨੂੰ ਬੜੀ ਮੁਸ਼ੱਕਤ ਦੇ ਨਾਲ ਲੰਘਣਾ ਪੈਂਦਾ। ਬੱਚੇ ਵੀ ਲੰਘਦੇ ਆ, ਬਜ਼ੁਰਗ ਵੀ ਲੰਘਦੇ ਆ, ਤੇ ਉਹਨਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ। ਤਾਂ ਜਿਹੜਾ ਚਿੱਕੜ ਝੀਲ ਹੈ ਇਹ ਤੁਹਾਨੂੰ ਸਾਫ਼ ਨਜ਼ਰ ਆ ਰਿਹਾ, ਤੇ ਸਰਕਾਰ ਨੇ ਜਿਹੜਾ ਵਿਕਾਸ ਕੀਤਾ ਉਹ ਵੀ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਕਿ ਉਸਨੇ ਕਿਸ ਤਰ੍ਹਾਂ ਦਾ ਵਿਕਾਸ ਕੀਤਾ। ਕਿ ਪੰਜਾਬ ਸਰਕਾਰ ਜਿਹੜੀ ਬੇਸ਼ੱਕ ਚੋਣ ਜਾਬਤਾ ਲੱਗਣ ਕਾਰਨ ਤਾਂ ਇਹ ਬਿਲਕੁਲ ਹੀ ਠੱਪ ਹੋ ਜਾਏਗਾ। ਜਦੋਂ ਵੀ ਕੋਈ ਬਾਰਿਸ਼ ਜਾਂ ਅਜਿਹਾ ਮੌਸਮ ਆਏਗਾ ਤਾਂ ਜਿਹੜੀ ਇਹ ਸੜਕ ਹੈ ਇਸ ਤਰ੍ਹਾਂ ਦਾ ਹੀ ਛੱਪੜ ਦਾ ਰੂਪ ਧਾਰਨ ਕਰੇਗੀ। ਆਓ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਪਿੰਡ ਵਾਸੀ ਜੁੜੇ ਹੋਏ ਨੇ। ਤਾਂ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਇਕਾਈ ਦੇ ਆਗੂ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਬਾਈ ਜੀ ਤੁਹਾਡਾ। ਕੀ ਨਾਂ ਜੀ ਤੁਹਾਡਾ? ਹਰਨੇਕ ਸਿੰਘ ਜੀ। ਹਰਨੇਕ ਸਿੰਘ ਜੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਇਸ ਬਾਰੇ ਸੜਕ ਨੂੰ ਜੀ 1.5 ਮਹੀਨਾ ਹੋ ਗਿਆ ਪੱਟੀ ਨੂੰ ਜੀ। ਟੂਰਨਾਮੈਂਟ ਤੋਂ ਪਹਿਲਾਂ ਪੱਟਦੀ ਸੀ, ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਲੇ ਆ। ਸਾਡੇ ਸਰਪੰਚ ਸਾਹਿਬ ਵੀ ਇਹ ਗੱਲ ਕਹਿੰਦੇ ਸੀ ਵੀ ਤੁਸੀਂ ਨਾ ਇਹ ਤਾਂ ਮਿੱਟੀ ਪਾ ਦਿਓ ਜੀ। ਉਸ ਤੋਂ ਬਾਅਦ ਦੂਜੇ ਦਿਨ ਹੀ ਅਸੀਂ ਲੇਬਰ ਲਿਆ ਕੇ ਤੇ ਇੱਥੇ ਸ਼ੁਰੂ ਕਰ ਦੇਗਾ ਸਾਰਾ ਕੁਝ। ਅੱਜ ਇਹ ਸੜਕ ਨੂੰ 1.5 ਮਹੀਨਾ ਹੋ ਗਿਆ ਪੱਟੀ ਨੂੰ, ਅਜੇ ਤੀਕ ਹੁਣ ਕਹਿੰਦੇ ਤੁਸੀਂ ਮਿੱਟੀ ਗਾਂਹ ਜ਼ਿਆਦਾ ਪਾਤੀ, ਬਹਾਨੇ ਬਾਈਆਂ ਬਣਾਈ ਜਾਂਦੇ ਆ। ਪਹਿਲਾਂ ਮਿੱਟੀ ਚੱਕੋ, ਅਸੀਂ ਫੇਰ ਉਹ ਕਰਾਂਗੇ ਜੋ ਕਰਾਂਗੇ। ਹੁਣ ਮੀਂਹ ਪੈ ਗਿਆ, ਘੱਟੋ ਘੱਟ ਸਾਡੀ ਮਿੱਟੀ ਪਾਈ ਨੂੰ ਵੀ 20 ਦਿਨ ਹੋ ਗਏ। ਪੱਟੋਂ ਦਾ ਦੂਜੇ ਦਿਨ 20 ਘੱਟੋ ਘੱਟ 20-25 ਦਿਨ ਹੋ ਗਏ ਮਿੱਟੀ ਪਾਈ ਨੂੰ ਵੀ। ਉਸ ਤੋਂ ਬਾਅਦ ਇਹਨਾਂ ਨੇ ਹੁਣ ਮੀਂਹ ਆ ਗਿਆ, ਹੁਣ ਬਾਰਿਸ਼ ਨੂੰ ਕਹਿ ਕੇ ਇਹ ਜੀ ਮੀਂਹ ਪੈ ਗਿਆ, ਹੁਣ ਅਸੀਂ ਕੋਈ ਕਰ ਨਹੀਂ ਸਕਦੇ। ਸਾਰੀਆਂ ਬਹਾਨੇਬਾਜ਼ੀਆਂ। ਘੱਟੋ ਘੱਟ ਸਾਡੇ 70 ਘਰ ਹੈ, ਤੁਸੀਂ ਆਪ ਜਾ ਕੇ ਦੇਖ ਲਓ। 70 ਘਰਾਂ ਦਾ ਤਾਂ ਨਾਂਗਾ ਹੀ ਕੋਈ ਨਹੀਂਗਾ ਜੀ। ਬਾਕੀ ਤਾਂ ਸਾਰੇ ਪਿੰਡ ਦਾ ਆਪਾਂ 70 ਘਰ ਸਾਡੇ ਇੰਨੇ ਦੁਖੀ ਆ ਨਾ, ਹੱਦੋਂ ਵੱਧ। ਇੱਥੋਂ ਡਿੱਗ ਕੇ ਰਾਤ ਨੂੰ ਜਾਣਾ। ਹੁਣ ਸਾਡੇ ਜਿੰਨੇ ਵੀ ਘਰ ਆ ਸਾਰੇ ਦੁੱਧ ਪਾਉਂਦੇ ਆ ਜੀ। ਕੋਈ ਸਾਈਕਲ 'ਤੇ ਆਉਂਦਾ, ਕੋਈ ਮੋਟਰਸਾਈਕਲ 'ਤੇ ਆਉਂਦਾ, ਕਿਸੇ ਦਾ ਉੱਥੇ ਡਿੱਗ ਪੈਂਦਾ, ਕਿਸੇ ਦਾ ਉੱਥੇ ਡਿੱਗ ਪੈਂਦਾ, ਦੁੱਧ ਵੀ ਡੁੱਲ ਜਾਂਦੇ ਆ। ਘਰੋਂ ਨਿਕਲਣਾ ਔਖਾ। ਇਹ ਸਾਡੀ ਸਰਕਾਰ ਦੇ ਜਿਹੜੇ ਪਹਿਲਾਂ ਦਾ ਵਾਅਦੇ ਕਰ ਲੈਂਦੇ ਆ, ਬਾਅਦ 'ਚ ਮੁੱਕਰਦੇ ਆ ਜਦੋਂ ਨਹੀਂ ਹੁੰਦੇ। ਪਰ ਲੋਕਾਂ ਨੂੰ ਇਹ ਲਾਰਿਆਂ ਤੋਂ ਸਿਵਾਏ ਕੁਝ ਦੇਣ ਨੂੰ ਤਿਆਰ ਨਹੀਂ। ਤਾਂ ਤੁਸੀਂ ਜਿਹੜੇ ਇਸ ਮਹਿਕਮੇ ਦੇ ਉੱਚ ਅਧਿਕਾਰੀ ਉਹਨਾਂ ਨਾਲ ਰਾਬਤਾ ਕਾਇਮ ਕੀਤਾ? ਐਕਸੀਅਨ ਸਾਹਿਬ ਨਾਲ ਅੱਜ ਹੋਈ ਸੀ ਗੱਲ ਤੜਕੇ ਜੀ। ਉਹ ਕਹਿੰਦੇ ਅਸੀਂ ਗੱਲ ਕਰਦੇ ਹਾਂ। ਸਾਡੇ ਨਾਲ ਸਮਾਜ ਸੇਵੀ ਅਸੀਮਤ ਸਿੰਘ ਜੀ ਵੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਸਾਬਕਾ ਮੈਂਬਰ ਵੀ ਨੇ ਤੇ ਬੜੇ ਤਰਦੇ ਨਾਲ ਕੰਮ ਕਰਦੇ ਨੇ। ਅਸੀਮਤ ਸਿੰਘ ਜੀ, ਸਵਾਗਤ ਹੈ ਬਾਈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅਸੀਮਤ ਸਿੰਘ ਜੀ, ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ? ਮੈਂ ਤਾਂ ਇਹ ਕਹਿੰਦਾ ਜੀ, ਜਿਹੜੀ ਸਮੱਸਿਆ ਹੈ ਲੋਕਾਂ ਦੀ ਤੁਰੰਤ ਹੱਲ ਹੋਵੇ ਜੀ। ਜਿਹੜੇ ਹੁਣ ਰਸਤਾ ਤੁਹਾਡੇ ਸਾਹਮਣੇ ਹੀ ਸਾਰਾ 1.5 ਮਹੀਨਾ ਹੋ ਗਿਆ ਜੀ। ਲੋਕਾਂ ਦੇ ਜਿਹੜੇ ਜੈਨੂਨ ਬਣਦੀ ਹੈ ਤੁਰੰਤ ਬਣਾਉਣੀ ਚਾਹੀਦੀ ਸੀ, ਅੱਜ ਤੱਕ ਬਣੀ ਨਹੀਂ ਜੀ। ਇਹ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹ ਤੁਰੰਤ ਹੱਲ ਹੋਵੇ ਜੀ। ਨਹੀਂ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਕਿ ਜਿਹੜਾ ਵਿਕਾਸ ਦੇ ਕੰਮ ਅਸੀਂ ਬਹੁਤ ਕੀਤੇ ਆ, ਜਾਂ ਤੁਹਾਡੇ ਪਿੰਡ ਦਾ ਵਿਕਾਸ ਉਹਨਾਂ ਨੂੰ ਭੁੱਲ ਗਿਆ? ਤੁਹਾਡੇ ਸਾਹਮਣੇ ਸਿਰਫ ਪੋਸਟਰ ਹੈ ਜੀ, ਇਸ ਤੋਂ ਇਲਾਵਾ ਕੋਈ ਨਹੀਂ। ਜ਼ਮੀਨੀ ਹਕੀਕਤ ਕੁਛ ਨਹੀਂ। ਤਾਂ ਦਰਸ਼ਕੋ, ਇੱਕ ਹੋਰ ਵਿਅਕਤੀ ਇਸ ਪਿੰਡ ਦੇ ਵਸਿੰਦੇ ਨੇ, ਰਾਮ ਸਿੰਘ ਉੱਪਲ, ਜਿਹੜੇ ਕਿ ਪ੍ਰਵਾਸੀ ਭਾਰਤੀ ਨੇ, ਤੇ ਇਹਨਾਂ ਦਾ ਪਿੰਡ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ। ਤੇ ਹੁਣ ਜਦੋਂ ਬਾਹਰੋਂ ਬੰਦਾ ਆ ਕੇ ਆਪਣੇ ਪਿੰਡ 'ਚ ਰਹਿੰਦਾ ਤਾਂ ਜਦੋਂ ਇਹ ਅਜਿਹੇ ਹਾਲਾਤ ਵੇਖਦਾ ਤਾਂ ਉਹਨੂੰ
ਤਰਸ ਆਉਂਦਾ ਹੈ ਸਰਕਾਰ ਦੀਆਂ ਨੀਤੀਆਂ ਤੇ, ਸਰਕਾਰ ਦੀ ਜਿਹੜੀ ਪਾਲਿਸੀਆਂ ਨੇ ਉਹਨਾਂ ਤੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਵਾਗਤ ਹੈ ਬਾਈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ। ਕੀ ਕਹਿਣਾ ਚਾਹੋਗੇ ਜੀ? ਬਾਈ ਜੀ ਕਹਿਣਾ ਤਾਂ ਇਹ ਚਾਹੁੰਦੇ ਆ ਵੀ ਜਿਹੜਾ ਸਾਡਾ ਪਿੰਡ ਨਾ ਜੀ ਇਹ ਬਹੁਤ ਟਾਈਮ ਤੋਂ ਹੀ ਵਿਕਾਸ ਵੱਲੋਂ ਪਛੜਿਆ ਵਾ ਜੀ ਕੋਈ। ਹੁਣ ਤਾਂ ਜਿਹੜਾ ਆਹ ਨਰਕ ਵਿਖਾ ਰਹੇ ਆ, ਇਦੋਂ ਪਹਿਲਾਂ ਵੀ ਆਹ ਛੱਪੜ ਆ ਇੱਥੇ ਇੱਕ, ਜੀ ਇਹ ਜਦੋਂ ਸਾਰਾ ਪਾਣੀ ਆਉਂਦਾ ਇਹ ਭਰ ਜਾਂਦਾ ਤੇ ਉਧਰ ਵੀ ਘਰਾਂ 'ਚ ਪਾਣੀ ਜਾ ਵੜਦਾ ਤੇ ਇੱਥੋਂ ਵੀ ਇੱਥੋਂ ਤੱਕ ਆ ਜਾਂਦਾ। ਇੱਕ ਇੱਥੇ ਛੱਪੜ ਆ ਉਹ ਸਾਹਮਣੇ, ਉਹ ਵੀ ਭਰਿਆ, ਉਹ ਸੜਕ ਜਿਹੜੀ ਫਿਰਨੀ ਹੈ ਉਹ ਵੀ ਨਹੀਂ ਲੰਘ ਸਕਦੇ। ਬਹੁਤ ਔਖਾ ਹੈ ਪਿੰਡ ਦੇ ਵਸਨੀਕਾਂ ਨੂੰ ਪਿੰਡ ਦੀ ਫਿਰਨੀ ਤੋਂ ਗੇੜਾ ਦੇਣਾ। ਹੁਣ ਜਿਵੇਂ ਆ ਖੇਤਾਂ ਵਾਲੇ ਸਾਰੇ ਘਰ ਆ, ਇਹਨਾਂ ਨੇ ਦੁੱਧ ਪਾਉਣ ਆਉਣਾ ਹੈ, ਉਧਰ ਆਉਣਾ ਤਿਲਕ ਤਿਲਕ ਡਿੱਗੀ ਜਾਂਦੇ ਆ। ਇਹ 5 ਦਸੰਬਰ ਨੂੰ ਸੜਕ ਪੱਟੀ ਗਈ ਸੀ ਆਹ ਜੀ, ਤੇ ਉਹਨਾਂ ਨੇ ਕਿਹਾ ਸੀ ਮਿੱਟੀ ਪਵਾ ਦਿਓ। 6 ਤੇ 7 ਦਸੰਬਰ ਨੂੰ ਮਿੱਟੀ ਇਹਦੇ ਤੇ ਪਵਾਤੀ, ਦੂਜੇ ਦਿਨ ਪੱਟਣ ਤੋਂ ਬਾਅਦ। ਤੇ ਅੱਜ ਵੇਖ ਲਓ ਜੀ 8 ਜਨਵਰੀ ਹੋ ਗਈ ਹੈ, 9 ਜਨਵਰੀ ਹੋ ਗਈ ਹੈ ਤੇ ਇੱਕ ਪਰਸੋਂ 3 ਦਿਨ ਹੋ ਗਏ ਮੀਂਹ ਪੈ ਰਿਹਾ। ਚਾਲਾ ਬਣ ਗਿਆ, ਬਹੁਤ ਲੋਕ ਤਿਲਕ ਤਿਲਕ ਡਿੱਗੇ। ਕੱਲ ਇੱਥੇ ਟਰੱਕ ਫਸ ਗਿਆ ਸਿਲੰਡਰਾਂ ਵਾਲਾ, ਬਾਕੀ ਸਾਰਾ ਟ੍ਰੈਫਿਕ ਖੜਾ ਰਿਹਾ। ਸੋ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ ਸਾਡੇ ਪਿੰਡ ਦੇ ਲੋਕ। ਇਹ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਸਰਕਾਰ ਅੱਗੇ, ਪ੍ਰਸ਼ਾਸਨ ਅੱਗੇ, ਵੀ ਇਹ ਸਾਡੇ ਪਿੰਡ ਦੀ ਸਾਰ ਲਈ ਜਾਵੇ, ਠੀਕ ਹੈ, ਤੇ ਲੋਕਾਂ ਨੂੰ ਇਸ ਮੁਸ਼ਕਲ ਦੇ ਵਿੱਚੋਂ ਰਾਹਤ ਦਵਾਈ ਜਾਵੇ। ਜਿਹੜੇ ਛੱਪੜ ਆ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਸੜਕਾਂ ਦਾ ਵੀ ਬੁਰਾ ਹਾਲ ਹੈ। ਆ ਪਿੰਡ ਦੀ ਫਿਰਨੀ ਤੇ ਗੇੜਾ ਦੇ ਕੇ ਵੇਖੋ, ਆ ਬਾਈ ਤਰਲੋਚਨ ਸਿੰਘ ਖੜਿਆ, ਉਹਨਾਂ ਦਾ ਘਰ ਹੈਗਾ, ਉੱਥੇ ਵੀ ਬੁਰਾ ਹਾਲ ਹੈ। ਉਹ ਫਿਰਨੀ ਹੈ, ਉੱਥੇ ਛੱਪੜ ਆ, ਉਹਦੇ ਵੀ ਬੁਰਾ ਹਾਲ ਹੈ। ਰੂੜੀਆਂ ਸੜਕ ਦੇ ਉੱਪਰ ਲੱਗੀਆਂ ਹੋਈਆਂ, ਠੀਕ ਹੈ। ਆਹ ਵੇਖ ਲਓ ਤੁਸੀਂ, 1 ਮਹੀਨਾ ਹੋ ਗਿਆ, 1 ਮਹੀਨੇ ਤੋਂ ਉੱਪਰ। 5 ਦਸੰਬਰ ਨੂੰ ਇਹ ਸੜਕ ਪੱਟੀ ਸੀ, ਮੈਂ 24 ਨਵੰਬਰ ਨੂੰ ਇੱਥੇ ਆਇਆ ਸੀ, ਮੇਰੇ ਸਾਹਮਣੇ ਪੱਟੀ ਹੈ 5 ਦਸੰਬਰ ਨੂੰ, ਤੇ ਅੱਜ 9 ਜਨਵਰੀ ਹੋ ਗਈ ਹੈ ਬਾਈ ਜੀ। ਕੋਈ ਸਾਰ ਨਹੀਂ ਲਈ। ਜੇ ਇਹਨਾਂ ਨੇ ਬਣਾਉਣੀ ਨਹੀਂ ਸੀ ਤੇ ਉਹ ਪੁਰਾਣੀ ਖੜੀ ਲੈ ਦਿੰਦੇ, ਉਹ ਪੱਟਤੀ, ਉੱਤੇ ਮਿੱਟੀ ਪਵਾਤੀ ਇੰਨੀ। ਹੁਣ ਬਾਈ ਜੀ ਤੁਸੀਂ ਵੇਖ ਲਓ ਵੀ ਨਰਕ ਦਾ ਰੂਪ ਧਾਰ ਕਰ ਰਿਹਾ ਤੇ ਬਹੁਤ ਔਖਾ ਮੇਰੇ ਪਿੰਡ ਦੇ। ਮੈਂ ਤੁਹਾਡੀ ਗੱਲ ਨੂੰ ਟੋਕਣਾ ਚਾਹੁੰਦਾ ਵੀ ਸਾਡੇ ਜਿਹੜੇ ਲੀਡਰ ਨੇ, ਚਾਹੇ ਉਹ ਅਕਾਲੀ ਹੈ ਚਾਹੇ ਕਾਂਗਰਸੀ, ਉਹ ਕਹਿੰਦੇ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾਤਾ, ਤੇ ਤੁਸੀਂ ਅਮਰੀਕਾ ਦੇ ਵਾਸੀ ਹੋ ਤੇ ਇਹ ਕੈਲੀਫੋਰਨੀਆ ਵਰਗਾ ਲੱਗਦਾ ਤੁਹਾਨੂੰ? ਮੈਂ ਕੈਲੀਫੋਰਨੀਆ ਰਹਿਣਾ ਬਾਈ ਜੀ। ਕੋਈ ਮੈਂ ਨਾ ਬਾਈ ਨੇੜੇ ਤੇੜੇ ਵੀ ਨਹੀਂ, ਰੀਸ ਵੀ ਨਹੀਂ ਕਰ ਸਕਦੇ ਜੀ। ਇਹ ਇਹਨਾਂ ਦੇ ਸਿਰਫ ਗੱਪ ਹੈ ਬਸ, ਆਪਸ ਵਿੱਚ ਦੀ। ਉੱਥੇ ਬਸ ਇਹਨਾਂ ਦੇ ਜਿਹੜੀਆਂ ਇੱਕ ਦੂਜੇ ਨੂੰ, ਉਹ ਕਾਂਗਰਸ ਵਾਲੇ ਕਾਲੀਆਂ ਤੇ ਤੋਹਮਤ ਲਾ ਦਿੰਦੇ, ਅਕਾਲੀ ਕਾਂਗਰਸ ਤੇ ਉਹ ਆਪ ਵਾਲੇ ਇਹਨਾਂ ਤੇ ਲਾਈ ਜਾਂਦੇ। ਕੱਢਣ ਪਾਉਣ ਨੂੰ ਕਿਸੇ 'ਚ ਕੁਛ ਨਹੀਂ। ਕਿਸੇ ਵੀ ਬੰਦੇ ਨੇ ਸਾਡੇ ਪਿੰਡ ਦੀ ਸਾਰ ਨਹੀਂ ਲਈ ਕਦੇ ਆ ਕੇ। ਵਿਕਾਸ ਦੇ ਪੱਖੋਂ ਸਾਡਾ ਪਿੰਡ ਬਹੁਤ ਪਛੜਿਆ ਵਾ। ਆ ਅੱਡੇ ਦੇ ਉੱਪਰ ਜਿਹੜੀ ਆ ਹੁਣ ਲਾਈ ਜਾਂਦਾ ਲੋਕ ਟੈਲ, ਜਾਂ ਇਹ ਸਾਡੇ ਬਜ਼ੁਰਗਾਂ ਦੀ ਆ, ਤਾਇਆ ਦੀ ਯਾਦ ਦੇ ਵਿੱਚ, ਮੇਰੇ ਤਾਇਆ ਦੇ ਬੇਟਿਆਂ ਨੇ ਇਹ ਅੱਡੇ ਦੇ ਉੱਪਰ ਇਹ ਸੋਹਣਾ ਜਿਹੜਾ ਅੱਡਾ ਬਣਾਇਆ, ਕੱਲਾ ਆਪਾਂ ਵੇਹਨੇ ਬੋੜਾਂ ਦੇ ਥੱਲੇ, ਉਹ ਆਪਦੇ ਪੱਲਿਓਂ ਪੈਸੇ ਲਾ ਕੇ ਬਾਈ ਜੀ ਉਹ ਕੀਤਾ ਗਿਆ ਤਿਆਰ, ਜਿਹਦੇ ਵਿੱਚ ਮੰਨ ਕੇ ਚੱਲ ਵੀ ਹੋਰ ਗੌਰਮੈਂਟ ਦਾ ਜਾਂ ਪੰਚਾਇਤ ਦਾ ਕੋਈ ਰੋਲ ਨਹੀਂ ਬਾਈ ਜੀ, ਪੈਸੇ ਸਾਡੇ ਬੰਦਿਆਂ ਨੇ ਲਾਏ ਆ ਜੀ। ਮੇਰੇ ਗੱਲ ਜੀ, ਹਾਂਜੀ 1.5 ਕਿਲੋਮੀਟਰ ਤੇ ਅਸੀਂ ਬੈਠੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਕੱਚਾ ਰਾਹ ਜਾਂਦਾ ਜੀ ਸਾਡੇ ਘਰ ਵੱਲੋਂ। ਜਿਵੇਂ ਕਹਿੰਦੇ ਹੁੰਦੇ ਆ ਕਿ ਮੈਂ ਪੇਕਿਆਂ ਕੰਨੀ ਵੀ ਦੁਖੀ ਹਾਂ ਤੇ ਸਹੁਰਿਆਂ ਕੰਨੀ ਵੀ ਦੁਖੀ ਹਾਂ, ਅਸੀਂ ਮਗਰੋਂ ਵੀ ਦੁਖੀ ਹਾਂ ਕੱਚੇ ਰਾਹ ਤੇ ਪਿੰਡੋਂ ਆ ਕੇ ਵੀ ਦੁਖੀ ਹਾਂ ਜੀ। ਮਿਹਰਬਾਨੀ ਕਰਕੇ ਸਾਡਾ ਇਹ ਰਿਕਵੈਸਟ ਹੀ ਹੈ ਜੀ, ਇਹ ਸੁਣੀ ਜਾਵੇ ਜੀ ਸਾਡੀ ਬੇਨਤੀ। ਸਾਡਾ ਜੀ ਦੋਵਾਂ ਪਾਸਿਓਂ ਰਾਹ ਬੰਦ, ਇੱਧਰੋਂ ਵੀ ਬੰਦ ਹੈ ਜੀ ਤੇ ਇੱਧਰੋਂ ਵੀ ਬੰਦ ਹੈ ਜੀ। ਸਾਡੀ ਸੁਣਵਾਈ ਨਹੀਂ ਹੋ ਰਹੀ ਜੀ, ਖੇਤਾਂ 'ਚੋਂ ਆ ਰਹੇ ਜੀ ਅਸੀਂ। ਇਸ ਫਿਰਨੀ ਤੇ ਰਹਿਣ ਵਾਲੇ ਬਸ਼ਿੰਦੇ ਨੇ ਤੇ ਇਹਨਾਂ ਨੇ ਇੱਕ ਪੱਤਰ ਲਿਖਿਆ ਸੀ ਐਕਸ਼ਨ ਸਾਹਿਬ ਨੂੰ 25 ਤਰੀਕ ਨੂੰ, 25/12/2021 ਨੂੰ ਇਸ ਦੇ ਬਾਰੇ, ਤੇ ਉਸ ਨੂੰ ਵੀ ਲਗਭਗ ਅੱਧੇ ਮਹੀਨੇ ਦਾ ਸਮਾਂ ਹੋਣ ਵਾਲਾ ਤੇ ਉਸ ਦੀ ਕੋਈ ਸਾਰ ਨਹੀਂ ਲਈ। ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਕਹਿਣਾ ਚਾਹੋਗੇ? ਅਸੀਂ ਸੁਣਦੇ ਹਾਂ ਐਕਸ਼ਨ ਸਾਹਿਬ ਨੇ ਜੇਈ ਸਾਹਿਬ ਦੀ ਡਿਊਟੀ ਲਾਈ ਸੀ, ਉਹ ਵੀ ਨਹੀਂ ਆਏ। ਸੁਪਰਡੈਂਟ ਸਾਹਿਬ ਭਰੋਸਾ ਦੇ ਗਏ ਮਿੱਟੀ ਪਾਵਾਂਗੇ, ਪਰ ਕੋਈ ਨਹੀਂ ਆਇਆ ਜੀ ਤਾਈਂ ਇੱਥੇ ਜੀ। ਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਫਿਰਨੀ ਹੈ, ਜੋ ਸਾਡੀ ਐਪਲੀਕੇਸ਼ਨ ਮੁਤਾਬਕ ਇੱਕੋ ਜੀ ਬਣਨੀ ਚਾਹੀਦੀ ਸੜਕ। ਕਿਤੋਂ ਉੱਚੀ ਹੈ, ਕਿਤੋਂ ਨੀਵੀਂ ਕਰੀ ਜਾਂਦੇ ਆ, ਕਿਤੇ ਮਿੱਟੀ ਪੋਈ ਜਾਂਦੇ ਆ, ਕਿਤੇ ਨਹੀਂ ਪੋਈ ਜਾਂਦੇ। ਤਿੰਨਾਂ ਪਿੰਡਾਂ ਦਾ ਲੰਘ ਹੈ, ਜਿਉਣ ਵਾਲਾ, ਭਲੂਰ, ਸਾਡੇ ਔਲਖਾਂ ਦਾ। ਤੇ ਇੰਨੇ ਵਹੀਕਲ ਪਰੇਸ਼ਾਨ ਹੁੰਦੇ ਆ, ਇੰਨੇ ਲੋਕ ਡਿੱਗਦੇ ਆ ਇੱਥੇ, ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ। ਠੀਕ ਹੈ। ਸੋ ਦਰਸ਼ਕੋ, ਇੱਕ ਗੱਲ ਹੋਰ ਵੀ ਗੱਲਾਂ ਬਾਤਾਂ 'ਚੋਂ ਸਾਹਮਣੇ ਆਈ ਹੈ ਕਿ ਜਿਹੜਾ ਪ੍ਰਸ਼ਾਸਨ ਹੈ, ਵੈਸੇ ਜਿਹੜਾ ਮੌਕੇ ਦੇ ਅਧਿਕਾਰੀ ਹੁੰਦੇ ਆ, ਉਹ ਜਿਹਦੀ ਸਰਕਾਰ ਹੁੰਦੀ ਉਹਦੀ ਗੱਲ ਜ਼ਿਆਦਾ ਸੁਣੀ ਜਾਂਦੀ ਹੈ। ਕਿ ਇਹ ਬਾਈ ਜੀ ਨੇ ਇਹ ਵੀ ਦੱਸਿਆ ਕਿ ਫਿਰਨੀ ਕਿਤੋਂ ਉੱਚੀ ਕਰ ਰਹੇ, ਕਿਤੋਂ ਨੀਵੀਂ ਕਰ ਰਹੇ ਆ। ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਕਿ ਜਿਹੜੀ ਇਹਨਾਂ ਨੇ ਮੰਗ ਕੀਤੀ ਹੈ ਸਰਕਾਰ ਕੋਲੋਂ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ, ਕਿ ਜਿਹੜੀ ਫਿਰਨੀ ਹੈ ਉਹ ਇੱਕਸਾਰ ਬਣਨੀ ਚਾਹੀਦੀ ਹੈ। ਨਹੀਂ ਤਾਂ ਉਹਦੀ ਹਾਲਤ, ਕਿਉਂਕਿ ਆਲੇ ਦੁਆਲੇ ਛੱਪੜ ਹੈ ਤੇ ਛੱਪੜਾਂ ਦਾ ਪਾਣੀ ਜਿੱਥੋਂ ਨੀਵੀਂ ਹੋ ਗਈ ਉੱਥੇ ਪਾਣੀ ਆ ਜਾਇਆ ਕਰਨਾ, ਫਿਰਨੀ ਦੀ ਹਾਲਤ ਫਿਰ ਉਹੋ ਜਿਹੀ ਹੋਏਗੀ। ਤਾਂ ਇਸ ਕਰਕੇ ਇਹਨਾਂ ਦੀ ਪੁਰਜ਼ੋਰ ਮੰਗ ਹੈ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਕਿ ਇਹਨਾਂ ਦੀ ਜਿਹੜੀ ਫਿਰਨੀ ਹੈ ਜਲਦੀ ਤੋਂ ਜਲਦੀ ਬਣਾਈ ਜਾਵੇ। ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਚਰਚਾ, ਪੰਜਾਬ ਟੀਵੀ ਤੋਂ ਸੁਖਮੰਦਰ ਸਿੰਘ ਬਰਾੜ।